Hello students, today we will learn the use of passive voice in your writing and speaking modules. First of all, we should know about what is passive voice, how to write the passive voice, what is the need of writing passive voice. When there is no need of mention of subject, then we write the passive voice. First of all, let's take an example of process writing. In your task 1, while writing a process, we use this kind of wording. The raw material has been transported. Here, there is no need to mention the subject who has transported or by which means it has been transported by truck or by crane. And another example, sticks are dipped into the water. ਹੁਣ ਜਿਹੜੀਆਂ ਸਟਿਕਸ ਸੀ ਉਹ ਕਿਸਨੇ ਪਾਣੀ ਦੇ ਵਿੱਚ ਡੁਬੋਈਆਂ ਇਹ ਉੱਥੇ ਮੈਂਸ਼ਨ ਨਹੀਂ ਹੋ ਸਕਦਾ ਹੈ ਕਿਸੇ ਤਰ੍ਹਾਂ ਦੀ ਫਿਗਰ ਸਿਰਫ ਇੱਥੇ ਵਾਟਰ ਦੇ ਅੰਦਰ ਜਿਹੜੀਆਂ ਸਟਿਕਸ ਨੇ ਉਹ ਡਿਪ ਕੀਤੀਆਂ ਹੋਈਆਂ ਨੇ ਸੋ ਅਸੀਂ ਇਹ ਸਮਝਿਆ ਕਿ ਜਦੋਂ ਸਬਜੈਕਟ ਨੂੰ ਮੈਂਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ ਉਦੋਂ ਅਸੀਂ ਪੈਸਿਵ ਵੌਇਸ ਦਾ ਯੂਜ਼ ਕਰਦੇ ਹਾਂ ਇਸੇ ਤਰ੍ਹਾਂ ਸਿਮਿਲਰਲੀ टास्क 2 ਦੇ ਅੰਦਰ ਸਪੋਜ਼ ਕਰੋ ਕਿ ਤੁਹਾਡਾ ਜਿਹੜਾ ਕੁਐਸਚਨ ਹੈ the demand of the question is to explain or elaborate the functions of government and now if you will write again and again government ਭਾਵੇਂ ਤੁਸੀਂ ਗਵਰਨਮੈਂਟ ਦੇ ਸਿਨੋਨਿਮਸ ਯੂਜ਼ ਕਰ ਰਹੇ ਹੋ ਅਥਾਰਟੀ ਲਿਖ ਰਹੇ ਹੋ ਆਪਣੇ ਵੱਲੋਂ ਤੁਸੀਂ ਚੇਂਜ ਕਰ ਰਹੇ ਹੋ ਪਰ ਅਗੇਨ ਤੁਸੀਂ ਜੇਕਰ ਗਵਰਨਮੈਂਟ ਲਿਖਦੇ ਹੋ ਕਿ ਗਵਰਨਮੈਂਟ ਮੇਕਸ the 5-year plans गवर्नमेंट मेक्स द लॉज तो फिर ये जो गवर्नमेंट है ये बार बार रिपीट होएगा सो रैपिटिशन तो बचने वास्ते असी पैसिव वॉइस का यूज करेंगे हुण पैसिव वॉइस लिखते हुए जो फंक्शन है असी फोकस जो फंक्शन के उपर करना है ये भी एक रीजन है कि असी पैसिव वॉइस टास्क 2 के अंदर कदों यूज करना है जो असी सब्जेक्ट के उपर फोकस नहीं करना फंक्शंस के उपर फोकस करना है कि 5-year plans are being prepared ਇੱਥੇ ਤੁਸੀਂ ਬੇਸ਼ੱਕ ਲਿਖ ਸਕਦੇ ਹੋ by government or by an authority ਹੁਣ 5-year plans ਤੋਂ ਬਾਅਦ ਅਗਰ ਕੋਈ ਹੋਰ ਫੰਕਸ਼ਨ ਹੈ ਜਿਸ ਤਰ੍ਹਾਂ law making ਦਾ ਫੰਕਸ਼ਨ ਹੈ ਉਹ ਤੁਸੀਂ ਲਿਖੋਗੇ ਆਟੋਮੈਟਿਕਲੀ ਜਿਹੜੀ ਤੁਹਾਡੀ ਲਾਈਨਸ ਦੀ ਸਟਾਰਟਿੰਗ ਹੈ ਉਹ ਡਿਫਰੈਂਟ ਹੋਏਗੀ ਇੱਥੇ 5-year plans ਤੋਂ ਲਾਈਨ ਸਟਾਰਟ ਹੋ ਰਹੀ ਹੈ ਅਗਲੀ ਜਿਹੜੀ ਨੈਕਸਟ ਲਾਈਨ ਹੈ ਉਹ ਕਿਸੇ ਹੋਰ ਫੰਕਸ਼ਨ ਤੋਂ ਸਟਾਰਟ ਹੋਏਗੀ ਇਸ ਤਰ੍ਹਾਂ ਡਿਫਰੈਂਸ ਲੱਗੇਗਾ बजाय कि तुसी गवर्नमेंट और अथॉरिटी सारी लाइन्स उस तो ही स्टार्ट करो हुण देखो अगर कोई ऐसे इस तरह का है जिहदे अंदर की डिमांड है कंट्रोलिंग बॉडी कोई कंट्रोलिंग बॉडी तुसी दसनी है जिहड़ी कि सोसाइटी नूं कंट्रोल करदी है दैट इज गवर्नमेंट इज सच एन ऑर्गेनाइजेशन विच मेक्स 5-year plans हुण ये एक्टिव वॉइस है this is not the passive voice so ਅਸੀਂ ਇਸ ਡਿਫਰੈਂਸ ਤੋਂ ਇਹ ਸਿੱਖਿਆ ਕਿ ਕਦੋਂ ਅਸੀਂ ਪੈਸਿਵ ਵੌਇਸ ਦਾ ਯੂਜ਼ ਕਰਨਾ ਹੈ ਤੇ ਕਦੋਂ ਸਿੰਪਲ ਅਸੀਂ ਐਕਟਿਵ ਵੌਇਸ ਦਾ ਯੂਜ਼ ਕਰਨਾ ਹੈ ਤੁਹਾਡੀ ਰਾਈਟਿੰਗ ਦੇ ਅੰਦਰ ਸਿਮਿਲਰਲੀ ਇਨ ਸਪੀਕਿੰਗ ਹੁਣ ਸਪੀਕਿੰਗ ਦੇ ਅੰਦਰ ਜਦੋਂ ਤੁਹਾਨੂੰ ਕੋਈ ਸਪੌਟ ਦਿੱਤੀ ਗਈ ਹੈ ਕਿ ਕੋਈ ਰੂਮ ਆਫ ਹੋਟਲ ਕੋਈ ਰੂਮ ਹੈ ਉਹਨੂੰ ਤੁਸੀਂ ਡਿਸਕ੍ਰਾਈਬ ਕਰਨਾ ਹੈ ਔਰ ਸਪੀਕਿੰਗ ਕਰਨੀ ਹੈ ਤੇ ਜੇਕਰ ਤੁਸੀਂ ਫੋਕਸ ਕਰੋਗੇ ਰੂਮ ਦੇ ਉੱਪਰ my room was already decorated before I reached ਹੁਣ ਜਿਹੜਾ ਰੂਮ ਹੈ ਉਹ ਕਿਸਨੇ ਡੈਕੋਰੇਟ ਕੀਤਾ ਹੋਟਲ ਦੇ ਸਟਾਫ ਨੇ ਡੈਕੋਰੇਟ ਕੀਤਾ ਜਾਂ ਮੈਨੇਜਰ ਨੇ ਆਪਣੀ ਇਨਵੋਲਵਮੈਂਟ ਦੇ ਨਾਲ ਡੈਕੋਰੇਟ ਕੀਤਾ there is no need to mention here because the demand of your cue card is to explain the spot that is your room or hotel not the staff or their service ਤੇ ਇਹਦੇ ਅੰਦਰ ਸਾਨੂੰ ਇੱਥੇ ਪੈਸਿਵ ਵੌਇਸ ਬੋਲਣ ਦੀ ਜ਼ਰੂਰਤ ਹੈ ਸਟੂਡੈਂਟਸ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਮਝੋਗੇ ਕਿ ਸਪੀਕਿੰਗ ਦੇ ਅੰਦਰ ਪੈਸਿਵ ਵੌਇਸ ਨੂੰ ਅਸੀਂ ਕਿੱਥੇ ਯੂਜ਼ ਕਰਨਾ ਹੈ ਤੇ ਡੈਫੀਨਿਟਲੀ ਤੁਹਾਡਾ ਜਿਹੜਾ ਬੈਂਡ ਸਕੋਰ ਹੈ ਉਹ ਇਨਕਰੀਜ਼ ਹੋਏਗਾ ਤੇ ਇੱਕ ਹੋਰ ਐਗਜ਼ਾਮਪਲ ਹੈ all the formalities had been completed ਇਹਦੇ ਅੱਗੇ ਤੁਸੀਂ ਲਿਖ ਸਕਦੇ ਹੋ by me or by my brother ਇੱਥੇ ਵੀ ਸਾਨੂੰ ਜ਼ਰੂਰਤ ਹੈ ਇਸ ਸੈਂਟੈਂਸ ਦੇ ਅੰਦਰ ਕਿ ਅਸੀਂ ਸਬਜੈਕਟ ਨੂੰ ਇਗਨੋਰ ਕਰੀਏ ਜਾਂ ਫਿਰ ਮੈਂਸ਼ਨ ਹੀ ਨਾ ਕਰੀਏ ਸੋ ਬਰੀਫ ਦੇ ਵਿੱਚ ਪੈਸਿਵ ਵੌਇਸ ਨੂੰ ਅਸੀਂ ਉੱਥੇ ਇਸਤੇਮਾਲ ਕਰਨਾ ਹੈ
ਜਿੱਥੇ ਕਿ ਸਾਨੂੰ ਸਬਜੈਕਟ ਨੂੰ ਇਗਨੋਰ ਕਰਨਾ ਪਵੇ ਜਾਂ ਸਬਜੈਕਟ ਨੂੰ ਮੈਂਸ਼ਨ ਕਰਨ ਦੀ ਜ਼ਰੂਰਤ ਨਾ ਹੋਵੇ। ਸੋ ਇਸ ਵੀਡੀਓ ਤੋਂ ਬਾਅਦ ਮੈਂ ਉਮੀਦ ਕਰਦਾ ਕਿ ਤੁਹਾਨੂੰ ਪੈਸਿਵ ਵੌਇਸ ਦੇ ਯੂਜ਼ ਦਾ ਪਤਾ ਲੱਗ ਗਿਆ ਹੋਵੇਗਾ ਕਿ ਟਾਸਕ 1, ਟਾਸਕ 2 ਤੇ ਸਪੀਕਿੰਗ ਦੇ ਅੰਦਰ ਅਸੀਂ ਪੈਸਿਵ ਵੌਇਸ ਨੂੰ ਕਿੱਥੇ ਤੇ ਕਦੋਂ ਯੂਜ਼ ਕਰਨਾ ਹੈ। ਤੇ ਆਉਣ ਵਾਲੀਆਂ ਵੀਡੀਓਜ਼ ਜਿਹੜੀਆਂ ਹੋਣਗੀਆਂ ਉਹ ਤੁਹਾਡੇ ਲਈ ਹੋਰ ਵੀ ਯੂਜ਼ਫੁਲ ਹੋਣਗੀਆਂ। ਤੇ ਤੁਸੀਂ ਇਸੇ ਤਰ੍ਹਾਂ ਮੇਰੇ ਚੈਨਲ ਨੂੰ ਜਿਹੜਾ ਹੈ ਸਬਸਕ੍ਰਾਈਬ ਕਰੋ ਤੇ ਮੈਨੂੰ ਰਿਸਪੌਂਸ ਦਿਓ। ਥੈਂਕ ਯੂ ਵੈਰੀ ਮਚ।